ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਇੱਕ ਵਾਰ ਦੀ ਗੱਲ ਹੈ। ਇੱਕ ਰਾਜਾ ਸੀ। ਉਸਦੇ ਘਰ ਕੋਈ ਔਲਾਦ ਨਹੀਂ ਸੀ। ਉਸਨੇ ਬਹੁਤ ਯਤਨ ਕੀਤੇ, ਬਹੁਤ ਜੱਗ ਕਰਵਾਏ, ਹੋਰ ਵੀ ਕਾਫੀ ਯਤਨ ਕੀਤੇ, ਪਰ ਉਸਦੇ ਘਰ ਕੋਈ ਔਲਾਦ ਨਹੀਂ ਹੋਈ। ਉਹ ਚਾਹੁੰਦਾ ਸੀ ਕਿ ਮੇਰੇ ਘਰ ਇੱਕ ਪੁੱਤਰ ਹੋਵੇ ਜੋ ਕਿ ਮੇਰਾ ਰਾਜ ਭਾਗ ਮੇਰੇ ਤੋਂ ਬਾਅਦ ਸੰਭਾਲੇ ਅਤੇ ਮੇਰੀ ਵੰਸ਼ ਨੂੰ ਅੱਗੇ ਵਧਾਵੇ। ਕਾਫੀ ਯਤਨ ਤੋਂ ਬਾਅਦ ਉਸ ਨੂੰ ਕਿਸੇ ਨੇ ਇਹ ਦੱਸਿਆ ਕਿ ਰਾਜਾ ਜੀ, ਤੁਹਾਡੇ ਘਰ ਪੁੱਤਰ ਹੋ ਸਕਦਾ ਹੈ, ਪਰ ਤੁਹਾਨੂੰ ਇਸ ਦੇ ਲਈ ਇੱਕ ਛੋਟੇ ਬੱਚੇ ਦੀ ਬਲੀ ਦੇਣੀ ਪਵੇਗੀ। ਰਾਜੇ ਨੇ ਕਿਹਾ ਕਿ ਇਹ ਕਿਹੜਾ ਔਖਾ ਕੰਮ ਹੈ, ਇਹ ਕੰਮ ਮੈਂ ਕਰਵਾ ਸਕਦਾ ਹਾਂ। ਉਸਨੇ ਆਪਣੇ ਮੰਤਰੀਆਂ ਅਹਿਲਕਾਰਾਂ ਨੂੰ ਬੁਲਾਇਆ ਅਤੇ ਕਿਹਾ ਕਿ ਨਗਰ ਵਿੱਚ ਜਾਓ ਅਤੇ ਨਗਰ ਵਿੱਚ ਇੱਕ ਛੋਟੇ ਬੱਚੇ ਨੂੰ ਲੈ ਕੇ ਆਓ। ਤੁਸੀਂ ਕਹਿ ਦੇਣਾ ਕਿ ਇਹ ਰਾਜੇ ਦਾ ਹੁਕਮ ਹੈ, ਉਸ ਨੂੰ ਬਲੀ ਦੇ ਲਈ ਇੱਕ ਛੋਟਾ ਬੱਚਾ ਚਾਹੀਦਾ ਹੈ। ਸਿਪਾਹੀ ਨਗਰ ਵਿੱਚ ਗਏ। ਜਦੋਂ ਉਹ ਇੱਕ ਘਰ ਵਿੱਚ ਪਹੁੰਚੇ, ਉਹ ਕਾਫੀ ਗਰੀਬ ਸਨ। ਉਹਨਾਂ ਦੇ ਘਰ ਕਈ ਪੁੱਤਰ ਸਨ। ਰਾਜੇ ਦੇ ਸਿਪਾਹੀਆਂ ਨੇ ਉਹਨਾਂ ਨੂੰ ਕਿਹਾ ਕਿ ਸਾਨੂੰ ਤੁਹਾਡਾ ਇੱਕ ਬੱਚਾ ਚਾਹੀਦਾ ਹੈ ਬਲੀ ਦੇ ਲਈ, ਜੋ ਕਿ ਰਾਜੇ ਨੇ ਮੰਗਿਆ ਹੈ, ਇਹ ਰਾਜੇ ਦਾ ਹੁਕਮ ਹੈ। ਬੱਚੇ ਨੇ ਜਾਣ ਤੋਂ ਨਾ ਕਰ ਦਿੱਤੀ, ਪਰ ਮਾਤਾ ਪਿਤਾ ਨੇ ਕਿਹਾ ਕਿ ਤੁਸੀਂ ਇਸ ਬੱਚੇ ਨੂੰ ਲਿਜਾ ਸਕਦੇ ਹੋ। ਸਿਪਾਹੀਆਂ ਨੇ ਉਹਨਾਂ ਨੂੰ ਕਾਫੀ ਪੈਸੇ ਦਿੱਤੇ ਅਤੇ ਉਹ ਬੱਚੇ ਨੂੰ ਲੈ ਗਏ। ਬੱਚਾ ਕਾਫੀ ਰੋਂਦਾ ਰਿਹਾ, ਪਰ ਸਿਪਾਹੀ ਉਸ ਨੂੰ ਲੈ ਗਏ। ਬੱਚੇ ਨੇ ਆਪਣੇ ਮਾਤਾ ਪਿਤਾ ਨੂੰ ਬਚਾਉਣ ਲਈ ਕਾਫੀ ਕਿਹਾ, ਪਰ ਮਾਤਾ ਪਿਤਾ ਨੇ ਕੁਝ ਵੀ ਨਹੀਂ ਕੀਤਾ। ਮਾਤਾ ਪਿਤਾ ਨੇ ਪੈਸੇ ਲਏ, ਲਾਲਚ ਵਿੱਚ ਆ ਗਏ। ਉਹਨਾਂ ਨੇ ਕਿਹਾ ਸਾਡੇ ਹੋਰ ਬੱਚੇ ਹਨ, ਤੁਸੀਂ ਇਸ ਨੂੰ ਲਿਜਾ ਸਕਦੇ ਹੋ। ਸਿਪਾਹੀ ਜਦੋਂ ਰਾਜੇ ਕੋਲ ਉਸ ਬੱਚੇ ਨੂੰ ਲੈ ਕੇ ਆਏ ਤਾਂ ਰਾਜੇ ਨੇ ਕਿਹਾ, ਆਪਣੇ ਮੰਤਰੀਆਂ ਨੂੰ ਆਦੇਸ਼ ਦਿੱਤਾ ਕਿ ਇਸ ਨੂੰ ਨਦੀ 'ਤੇ ਲੈ ਜਾਓ, ਇਸ ਦਾ ਇਸ਼ਨਾਨ ਕਰਵਾਓ ਅਤੇ ਇਸ ਦੇ ਸੋਹਣੇ ਵਸਤਰ ਪਵਾ ਕੇ ਫਿਰ ਲੈ ਕੇ ਆਓ, ਫਿਰ ਇਸ ਦੀ ਬਲੀ ਦੇਵਾਂਗੇ। ਉਹ ਛੋਟਾ ਬੱਚਾ ਡਰ ਗਿਆ, ਪਰ ਉਹ ਕੁਝ ਵੀ ਨਹੀਂ ਕਰ ਸਕਦਾ ਸੀ। ਜਦੋਂ ਉਹ ਨਦੀ 'ਤੇ ਗਏ, ਛੋਟੇ ਬੱਚੇ ਨੇ ਇਸ਼ਨਾਨ ਕੀਤਾ ਅਤੇ ਨਦੀ ਕਿਨਾਰੇ ਬੈਠ ਗਿਆ। ਸਿਪਾਹੀਆਂ ਨੇ ਉਸ ਨੂੰ ਜਾਣ ਲਈ ਕਿਹਾ, ਪਰ ਉਸਨੇ ਸਿਪਾਹੀਆਂ ਤੋਂ ਕੁਝ ਸਮੇਂ ਦੀ ਮੋਹਲਤ ਮੰਗੀ। ਸਿਪਾਹੀ ਸਾਈਡ 'ਤੇ ਖੜ ਗਏ ਅਤੇ ਉਸ ਬੱਚੇ ਨੇ ਨਦੀ ਦੇ ਕਿਨਾਰੇ 'ਤੇ ਰੇਤ ਇਕੱਠੀ ਕੀਤੀ ਅਤੇ 4 ਢੇਰੀਆਂ ਬਣਾਈਆਂ। ਸਿਪਾਹੀ ਇਹ ਸਭ ਕੁਝ ਵੇਖ ਰਹੇ ਸਨ। ਉਸਨੇ 4 ਢੇਰੀਆਂ ਵੱਲ ਤੱਕਿਆ ਅਤੇ ਸਭ ਤੋਂ ਪਹਿਲਾਂ ਪਹਿਲੀ ਢੇਰੀ ਨੂੰ ਢਾਹ ਦਿੱਤਾ। ਕੁਝ ਸਮੇਂ ਬਾਅਦ ਦੂਜੀ ਢੇਰੀ ਨੂੰ ਢਾਹ ਦਿੱਤਾ। ਕੁਝ ਸਮੇਂ ਬਾਅਦ ਤੀਜੀ ਢੇਰੀ ਵੱਲ ਵੇਖਦਾ ਰਿਹਾ ਅਤੇ ਉਸ ਨੂੰ ਵੀ ਢਾਹ ਦਿੱਤਾ, ਪਰ ਉਸਨੇ ਚੌਥੀ ਢੇਰੀ ਨੂੰ ਨਹੀਂ ਢਾਹਿਆ ਅਤੇ ਉਸ ਨੂੰ ਚੌਥੀ ਢੇਰੀ ਨੂੰ ਨਮਸਕਾਰ ਕੀਤੀ, ਮੱਥਾ ਟੇਕਿਆ, ਹੱਥ ਜੋੜੇ, ਕੁਝ ਸਮੇਂ ਉੱਥੇ ਬੈਠਾ ਅਤੇ ਫਿਰ ਸਿਪਾਹੀਆਂ ਨਾਲ ਵਾਪਸ ਆ ਗਿਆ। ਜਦੋਂ ਵਾਪਸ ਆਏ ਤਾਂ ਰਾਜਾ ਜੀ ਨੇ ਪੁੱਛਿਆ ਕਿ ਬਹੁਤ ਟਾਈਮ ਲਗਾ ਦਿੱਤਾ ਹੈ, ਇਹ ਬੱਚਾ ਉੱਥੇ ਕੀ ਕਰਨ ਲੱਗ ਗਿਆ ਸੀ, ਇੰਨਾ ਟਾਈਮ ਕਿਉਂ ਲਗਾ ਦਿੱਤਾ? ਤਾਂ ਸਿਪਾਹੀਆਂ ਨੇ ਦੱਸਿਆ ਕਿ ਰਾਜਾ ਜੀ, ਅਸੀਂ ਇੱਕ ਵੱਖਰੀ ਹੀ ਗੱਲ ਵੇਖੀ ਹੈ। ਰਾਜੇ ਨੇ ਪੁੱਛਿਆ ਕੀ ਵੇਖਿਆ? ਸਿਪਾਹੀਆਂ ਨੇ ਦੱਸਿਆ ਕਿ ਇਸ ਬੱਚੇ ਨੇ ਇਸ਼ਨਾਨ ਕੀਤਾ, ਨਵੇਂ ਵਸਤਰ ਪਾਏ ਅਤੇ ਇਸ ਨੇ ਨਦੀ ਦੇ ਕਿਨਾਰੇ 4 ਰੇਤੇ ਦੀਆਂ ਢੇਰੀਆਂ ਬਣਾਈਆਂ।
ਕੁਝ ਸਮਾਂ ਇਹ ਢੇਰੀਆਂ ਵੱਲ ਵੇਖਦਾ ਰਿਹਾ ਅਤੇ ਹੌਲੀ-ਹੌਲੀ ਇਸ ਨੇ ਪਹਿਲਾਂ ਪਹਿਲੀ ਢੇਰੀ ਨੂੰ ਢਾਇਆ, ਫਿਰ ਦੂਜੀ ਨੂੰ, ਫਿਰ ਤੀਜੀ ਨੂੰ, ਪਰ ਚੌਥੀ ਢੇਰੀ ਨਹੀਂ ਢਾਈ। ਉਸ ਨੂੰ ਨਮਸਕਾਰਾਂ ਕੀਤੀਆਂ, ਮੱਥਾ ਟੇਕਿਆ, ਸਿਜਦੇ ਕੀਤੇ ਅਤੇ ਸਾਡੇ ਨਾਲ ਚੱਲ ਪਿਆ। ਤਾਂ ਰਾਜਾ ਜੀ ਨੇ ਪੁੱਛਿਆ ਕਿ ਤੁਸੀਂ ਇਸ ਨੂੰ ਪੁੱਛਿਆ ਨਹੀਂ ਕਿ ਇਹ ਤੂੰ ਕੀ ਕਰ ਰਿਹਾ ਹੈ ਅਤੇ ਚੌਥੀ ਢੇਰੀ ਕਿਉਂ ਨਹੀਂ ਢਾਈ ਤੇ ਇਹ ਢੇਰੀਆਂ ਕਿਉਂ ਬਣਾਈਆਂ? ਮੰਤਰੀਆਂ ਨੇ ਪੁੱਛਿਆ ਕਿ ਅਸੀਂ ਇਸ ਨੂੰ ਪੁੱਛਿਆ ਸੀ, ਪਰ ਇਸ ਨੇ ਕੋਈ ਜਵਾਬ ਨਹੀਂ ਦਿੱਤਾ ਅਤੇ ਇਸ ਨੇ ਕਿਹਾ ਕਿ ਤੁਸੀਂ ਆਪਣਾ ਕੰਮ ਕਰੋ ਤੇ ਮੈਂ ਆਪਣਾ ਕੰਮ ਕਰ ਦਿੱਤਾ ਹੈ। ਰਾਜਾ ਬੜਾ ਹੈਰਾਨ ਹੋਇਆ ਅਤੇ ਰਾਜੇ ਨੇ ਬੜੇ ਪਿਆਰ ਨਾਲ ਉਸ ਬੱਚੇ ਨੂੰ ਪੁੱਛਿਆ ਕਿ ਤੂੰ ਜਦੋਂ ਇਸ਼ਨਾਨ ਕਰਨ ਗਿਆ ਸੀ ਤੇ ਉੱਥੇ 4 ਢੇਰੀਆਂ ਬਣਾਈਆਂ, ਇਹ ਕਿਉਂ ਬਣਾਈਆਂ ਅਤੇ 3 ਢੇਰੀਆਂ ਢਾਹ ਦਿੱਤੀਆਂ, ਚੌਥੀ ਨੂੰ ਕਿਉਂ ਨਹੀਂ ਢਾਇਆ? ਇਹ ਕੀ ਗੱਲ ਹੈ, ਮੈਨੂੰ ਦੱਸੋ। ਤਾਂ ਉਸ ਛੋਟੇ ਬੱਚੇ ਨੇ ਰਾਜਾ ਜੀ ਨੂੰ ਦੱਸਿਆ ਕਿ ਰਾਜਾ ਜੀ ਤੁਸੀਂ ਪੁੱਛਦੇ ਹੋ ਤਾਂ ਮੈਂ ਦੱਸ ਦਿੰਦਾ ਹਾਂ। ਮੈਂ 4 ਢੇਰੀਆਂ ਬਣਾਈਆਂ। ਪਹਿਲੀ ਢੇਰੀ ਬਣਾਈ ਉਹ ਮੇਰੇ ਮਾਤਾ ਪਿਤਾ ਦੀ ਸੀ। ਮਾਤਾ ਪਿਤਾ ਨੇ ਮੈਨੂੰ ਜੰਮਿਆ, ਪਾਲਿਆ, ਏਡਾ ਵੱਡਾ ਕੀਤਾ। ਉਹਨਾਂ ਦਾ ਫਰਜ਼ ਸੀ ਮੇਰੀ ਰੱਖਿਆ ਕਰਨੀ, ਪਰ ਉਹਨਾਂ ਨੇ ਲਾਲਚ ਵਿੱਚ ਆ ਕੇ, ਪੈਸਿਆਂ ਦੇ ਪਿੱਛੇ ਲੱਗ ਕੇ, ਘਰ ਦੀ ਗਰੀਬੀ ਨੂੰ ਦੂਰ ਕਰਨ ਦੇ ਲਈ ਮੈਨੂੰ ਵੇਚ ਦਿੱਤਾ, ਮੈਨੂੰ ਮਰਨ ਦੇ ਲਈ ਛੱਡ ਦਿੱਤਾ। ਉਹਨਾਂ ਨੇ ਮੇਰੀ ਰੱਖਿਆ ਨਹੀਂ ਕੀਤੀ। ਮੈਂ ਪਹਿਲੀ ਢੇਰੀ ਢਾਹ ਦਿੱਤੀ। ਰਾਜਾ ਜੀ ਨੇ ਪੁੱਛਿਆ ਦੂਜੀ ਢੇਰੀ ਕਿਸ ਦੀ ਸੀ? ਦੂਜੀ ਢੇਰੀ ਕਿਉਂ ਢਾਈ? ਉਸ ਛੋਟੇ ਬੱਚੇ ਨੇ ਦੱਸਿਆ ਦੂਜੀ ਢੇਰੀ ਇਹ ਜੋ ਲੋਕ ਵੇਖਣ ਆਏ ਹਨ, ਮੇਰੀ ਬਲੀ ਚੜ੍ਹਨੀ ਹੈ ਤੇ ਇਹ ਮੈਨੂੰ ਵੇਖਣ ਆਏ ਹਨ। ਮੇਰੇ ਰਿਸ਼ਤੇਦਾਰ, ਸਾਕ ਸੰਬੰਧੀ, ਪਿੰਡ ਦੇ ਲੋਕ, ਇਹਨਾਂ ਦਾ ਫਰਜ਼ ਸੀ, ਇਹਨਾਂ ਦਾ ਵੀ ਫਰਜ਼ ਸੀ ਮੈਨੂੰ ਬਚਾਉਣਾ, ਪਰ ਇਹ ਤਾਂ ਖੁਦ ਮੈਨੂੰ ਵੇਖਣ ਆਏ ਹਨ, ਇਹਨਾਂ ਨੇ ਮੈਨੂੰ ਨਹੀਂ ਬਚਾਇਆ। ਮੈਂ ਇਹਨਾਂ ਦੀ ਢੇਰੀ ਵੀ ਢਾਹ ਦਿੱਤੀ। ਰਾਜਾ ਜੀ ਨੇ ਪੁੱਛਿਆ ਤੀਜੀ ਢੇਰੀ ਕਿਸ ਦੀ ਸੀ? ਉਸਨੇ ਪੁੱਛਿਆ ਕਿ ਰਾਜਾ ਜੀ ਤੀਜੀ ਢੇਰੀ ਤੁਹਾਡੀ ਸੀ, ਤੁਸੀਂ ਰਾਜੇ ਹੋ। ਰਾਜੇ ਦਾ ਕੰਮ ਹੁੰਦਾ ਹੈ ਆਪਣੀ ਪ੍ਰਜਾ ਦੀ ਰਾਖੀ ਕਰਨੀ। ਤੁਸੀਂ ਆਪਣਾ ਫਰਜ਼ ਭੁੱਲ ਗਏ। ਤੁਸੀਂ ਆਪਣਾ ਫਰਜ਼ ਭੁੱਲ ਕੇ ਮੈਨੂੰ ਮਾਰਨ ਤੇ ਤੁੱਲ ਗਏ। ਆਪਣੇ ਪੁੱਤਰ ਦੀ ਪ੍ਰਾਪਤੀ ਦੇ ਲਈ ਮੈਨੂੰ ਮਾਰ ਰਹੇ ਹੋ। ਮੈਂ ਵੀ ਕਿਸੇ ਦਾ ਪੁੱਤਰ ਹਾਂ। ਤੁਹਾਡਾ ਕੰਮ ਪ੍ਰਜਾ ਦੀ ਰਾਖੀ ਕਰਨਾ ਸੀ, ਪਰ ਤੁਸੀਂ ਤਾਂ ਪ੍ਰਜਾ ਦੇ ਉਲਟ ਹੋ ਗਏ, ਪ੍ਰਜਾ ਨੂੰ ਹੀ ਮਾਰਨ ਲੱਗ ਪਏ। ਇਸ ਲਈ ਮੈਂ ਤੁਹਾਡੀ ਢੇਰੀ ਵੀ ਢਾਹ ਦਿੱਤੀ। ਹੁਣ ਰਾਜੇ ਨੇ ਬੜੀ ਉਤਸੁਕਤਾ ਦੇ ਨਾਲ ਪੁੱਛਿਆ ਕਿ ਚੌਥੀ ਢੇਰੀ ਕਿਸ ਦੀ ਸੀ? ਉਸ ਨੂੰ ਕਿਉਂ ਨਹੀਂ ਢਾਇਆ? ਉਸ ਛੋਟੇ ਬੱਚੇ ਨੇ ਦੱਸਿਆ ਕਿ ਰਾਜਾ ਜੀ ਚੌਥੀ ਢੇਰੀ ਉਸ ਪਰਮਾਤਮਾ ਦੀ, ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾਂ ਨਾਮ ਤੇਰਾ ਸੰਗ ਸਹਾਈ। ਮੈਂ ਇੱਕ ਵਾਰੀ ਸਤਸੰਗ ਵਿੱਚ ਸੁਣਿਆ ਸੀ ਕਿ ਜਿੱਥੇ ਕੋਈ ਵੀ ਚਾਰਾ ਨਹੀਂ ਹੁੰਦਾ, ਜਿੱਥੇ ਕੋਈ ਵੀ ਮਦਦਗਾਰ ਨਹੀਂ ਹੁੰਦਾ, ਪਰਮਾਤਮਾ ਉੱਥੇ ਮਦਦਗਾਰ ਹੁੰਦਾ ਹੈ। ਪਰਮਾਤਮਾ ਹਰ ਥਾਂ ਮੌਜੂਦ ਹੈ। ਜਿੱਥੇ ਕੋਈ ਕਿਸੇ ਦੀ ਰਾਖੀ ਨਹੀਂ ਕਰ ਸਕਦਾ, ਉੱਥੇ ਇੱਕ ਪਰਮਾਤਮਾ ਹੀ ਐਸਾ ਹੈ ਜੋ ਇਨਸਾਨ ਦੀ ਰੱਖਿਆ ਕਰ ਸਕਦਾ ਹੈ। ਉਹ ਹਰ ਥਾਂ ਮੌਜੂਦ ਹੈ। ਇਸ ਲਈ ਮੈਂ ਉਸ ਢੇਰੀ ਨੂੰ ਨਮਸਕਾਰ ਕੀਤੀ, ਸਿਜਦੇ ਕੀਤੇ, ਪ੍ਰਾਰਥਨਾ ਕੀਤੀ ਕਿ ਹੇ ਪਰਮਾਤਮਾ, ਮੇਰੇ ਮਾਤਾ ਪਿਤਾ ਨੇ ਮੇਰੀ ਰੱਖਿਆ ਨਹੀਂ ਕੀਤੀ, ਰਿਸ਼ਤੇਦਾਰਾਂ ਨੇ, ਸਾਕ ਸੰਬੰਧੀਆਂ ਨੇ ਮੇਰਾ ਸਾਥ ਨਹੀਂ ਦਿੱਤਾ, ਉਹਨਾਂ ਨੇ ਰੱਖਿਆ ਨਹੀਂ ਕੀਤੀ, ਤੇ ਉਸ ਤੋਂ ਬਾਅਦ ਰਾਜਾ ਜੀ, ਉਹਨਾਂ ਨੇ ਵੀ ਮੇਰੀ ਰੱਖਿਆ ਨਹੀਂ ਕੀਤੀ। ਹੁਣ ਇੱਕ ਤੁਸੀਂ ਹੀ ਹੋ ਜੋ ਮੇਰੀ ਰੱਖਿਆ ਕਰ ਸਕਦੇ ਹੋ, ਤੁਹਾਡੇ ਤੋਂ ਬਿਨਾਂ ਕੋਈ ਨਹੀਂ ਹੈ। ਰਾਜੇ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਕਿ ਇੰਨਾ ਛੋਟਾ ਬਾਲਕ ਅਤੇ ਇੰਨੀ ਤੀਖਣ ਬੁੱਧੀ ਦਾ ਮਾਲਕ, ਇੰਨਾ ਸੂਝਵਾਨ ਬੱਚਾ ਮੈਂ ਆਪਣੀ ਜ਼ਿੰਦਗੀ ਵਿੱਚ ਨਹੀਂ ਵੇਖਿਆ। ਉਸਨੇ ਆਪਣੇ ਮੰਤਰੀਆਂ ਨਾਲ ਸਲਾਹ ਕੀਤੀ ਕਿ ਇਸ ਨੂੰ ਮਾਰਨਾ ਨਹੀਂ ਹੈ, ਇਸ ਦੀ ਬਲੀ ਨਹੀਂ ਦੇਣੀ ਹੈ। ਜੇ ਅਸੀਂ ਇਸ ਦੀ ਬਲੀ ਦੇ ਵੀ ਦਿੰਦੇ ਹਾਂ ਤਾਂ ਇਹ ਗਰੰਟੀ ਨਹੀਂ ਹੈ ਕਿ ਮੇਰੇ ਘਰ ਪੁੱਤਰ ਹੋਵੇਗਾ ਹੀ। ਮੰਨ ਲਓ ਮੇਰੇ ਘਰ ਪੁੱਤਰ ਹੋ ਵੀ ਜਾਂਦਾ ਹੈ ਤਾਂ ਇਹ ਨਹੀਂ ਪਤਾ ਕਿ ਉਹ ਕਿਸ ਤਰ੍ਹਾਂ ਦਾ ਹੋਵੇਗਾ, ਇੰਨੀ ਸੂਝ ਦਾ ਮਾਲਕ ਹੋਵੇਗਾ ਕਿ ਨਹੀਂ, ਉਸ ਨੂੰ ਇੰਨੀ ਸੂਝ-ਬੂਝ ਹੋਵੇਗੀ ਕਿ ਨਹੀਂ, ਇੰਨਾ ਗੁਣੀ ਗਿਆਨੀ ਹੋਵੇਗਾ ਵੀ ਕਿ ਨਹੀਂ। ਕਿਉਂ ਨਾ ਇਹ ਚੰਗਾ ਹੋਵੇ ਕਿ ਮੈਂ ਇਸ ਨੂੰ ਹੀ ਆਪਣਾ ਪੁੱਤਰ ਬਣਾ ਲਵਾਂ।
ਰਾਜੇ ਨੇ ਐਲਾਨ ਕਰ ਦਿੱਤਾ ਕਿ ਇਹ ਛੋਟਾ ਬੱਚਾ ਮੇਰਾ ਪੁੱਤਰ ਹੋਵੇਗਾ, ਮੇਰੇ ਰਾਜਵੰਸ਼ ਦਾ ਮਾਲਕ ਹੋਵੇਗਾ ਅਤੇ ਮੇਰੇ ਰਾਜ ਨੂੰ ਅੱਗੇ ਵਧਾਵੇਗਾ। ਰਾਜੇ ਨੇ ਉਸ ਛੋਟੇ ਬੱਚੇ ਨੂੰ ਆਪਣਾ ਪੁੱਤਰ ਬਣਾ ਲਿਆ ਅਤੇ ਉਸ ਨੂੰ ਵੱਡਾ ਹੋਣ 'ਤੇ ਰਾਜ ਭਾਗ ਸੰਭਾਲਿਆ। ਵਿਚਾਰਾਂ ਕਰਦਿਆਂ ਬਹੁਤ ਹੀ ਭੁੱਲਾਂ ਚੁੱਕਾਂ ਹੋ ਜਾਂਦੀਆਂ ਹਨ। ਅਣਜਾਣ ਬੱਚੇ ਸਮਝ ਕੇ ਮੁਆਫ ਕਰਨਾ। ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।